10th क्लास ਤੁਸੀਂ ਇਹ ਲੈਸਨ 12th ਸਮਝਣਾ ਹੈ। ਵੈਰੀ ਇੰਪੋਰਟੈਂਟ ਹੈ। ਇਹਦੇ ਵਿੱਚ 5 ਨੰਬਰ ਦੇ ਕੁਐਸਚਨ ਆਉਣੇ ਨੇ ਅਤੇ ਜ਼ਰੂਰੀ ਨਹੀਂ ਹੈ ਕਿ 5 ਨੰਬਰ ਦਾ ਵੱਡਾ ਹੀ ਕੁਐਸਚਨ ਆਏਗਾ, ਜਾਂ ਕਰਕੇ 3 ਅਤੇ 2 ਕਰਕੇ 2 ਨੰਬਰ ਦਾ ਵੀ ਆ ਸਕਦਾ। 3 ਪਲੱਸ 2 ਨੰਬਰ ਵੱਖਰਾ ਵੱਖਰਾ ਕਰਕੇ ਵੀ ਪਾ ਸਕਦੇ ਹਾਂ। ਇਹਦੇ ਵਿੱਚ ਦੇਖੋ ਤੁਸੀਂ, ਸਭ ਤੋਂ ਪਹਿਲਾਂ ਕੀ ਹੈ, ਬਿਜਲੀ ਧਾਰਾ ਜਿਹੜੀ ਆ ਹੁੰਦੀ ਕੀ ਆ, ਹੈ ਨਾ, ਇਲੈਕਟ੍ਰਿਕ ਕਰੰਟ। ਤੁਸੀਂ ਕਹਿਣਾ ਕਿਸੇ ਸਰਕਟ ਦੇ ਵਿੱਚ ਇਲੈਕਟ੍ਰੋਨਾਂ ਦੇ ਵਹਾਅ ਨੂੰ ਅਸੀਂ ਕੀ ਕਹਿੰਦੇ ਹਾਂ, ਬਿਜਲੀ ਧਾਰਾ। ਇਲੈਕਟ੍ਰੋਨਾਂ ਦੇ ਵਹਾਅ ਨੂੰ ਬਿਜਲੀ ਧਾਰਾ ਕਹਿੰਦੇ ਹਾਂ। ਅਤੇ ਇੱਕ ਹੁੰਦਾ ਬੰਦ ਸਰਕਟ। ਬੰਦ ਸਰਕਟ ਦਾ ਮਤਲਬ ਕੀ ਹੁੰਦਾ ਕਿ ਜਿਹਦੇ ਵਿੱਚ ਜਿਹੜਾ ਸਾਰਾ ਸਰਕਟ ਹੈ ਬੰਦ ਹੈ। ਜਿਵੇਂ ਤੁਸੀਂ ਇੱਕ ਬਲਬ ਜਗਾਉਂਦੇ ਹੋ, ਬਲਬ ਤੁਸੀਂ ਤਾਰਾਂ ਲਗਾ ਕੇ ਬਲਬ ਲਗਾਉਂਦੇ ਹੋ, ਇਹ ਬਲਬ ਦਾ ਨਿਸ਼ਾਨ ਹੈ। ਅਤੇ ਇਹਦੇ ਵਿੱਚ ਜਦੋਂ ਤੁਸੀਂ ਇਹ ਤਾਰਾਂ ਲਗਾ ਦਿੱਤੀਆਂ, ਨਾਲ ਹੀ ਕਿਹਾ ਸੈੱਲ ਲਗਾ ਦਿੱਤਾ, ਸੈੱਲ ਲਗਾਉਣ ਤੋਂ ਬਾਅਦ ਤਾਰਾਂ ਸਾਰੀਆਂ ਜੋੜ ਦਿੱਤੀਆਂ, ਇਹਨੂੰ ਹੀ ਬੰਦ ਸਰਕਟ ਕਹਾਂਗੇ। ਜਦੋਂ ਇਹ ਤਾਰਾਂ ਖੁੱਲ੍ਹੀਆਂ ਹੋਣਗੀਆਂ, ਤੁਸੀਂ ਜੋੜੀਆਂ ਨਹੀਂ, ਇਹਨੂੰ ਅਸੀਂ ਖੁੱਲ੍ਹਾ ਸਰਕਟ ਕਹਾਂਗੇ, ਓਪਨ ਸਰਕਟ ਜਾਂ ਖੁੱਲ੍ਹਾ ਸਰਕਟ। ਹੁਣ ਇਹਦੇ ਵਿੱਚ ਜਿਹੜਾ ਇਹ ਨਿਸ਼ਾਨ ਹੈ, ਇਹ ਬਲਬ ਦਾ ਵਾ। ਇਹ ਜਦੋਂ ਇੱਕੋ ਲਾਈਨ ਇਸ ਤਰ੍ਹਾਂ ਦੱਸੀ ਹੋਵੇ ਤੁਹਾਨੂੰ, ਇੱਕ ਲਾਈਨ ਛੋਟੀ ਅਤੇ ਇੱਕ ਵੱਡੀ, ਇਹ ਕੀ ਹੁੰਦਾ, ਸੈੱਲ। ਅਤੇ ਜੇ ਇੱਕ ਲਾਈਨ ਵੱਡੀ ਇੱਕ ਛੋਟੀ ਤਾਂ 2-3 ਬਣੀਆਂ ਹੋਣਗੀਆਂ, ਉਹਨੂੰ ਅਸੀਂ ਬੈਟਰੀ ਕਹਾਂਗੇ। ਅਤੇ ਉਸ ਤੋਂ ਬਾਅਦ ਇਹ ਜਿਹੜਾ ਤੁਹਾਡਾ ਆ ਗਿਆ ਇਹ ਕੀ ਸ਼ੋਅ ਕਰਦਾ ਕਿ ਇਹ ਕਰੰਟ ਜਿਹੜਾ ਵਾ ਉਹ ਕਿੰਨਾ ਚੱਲ ਰਿਹਾ, ਇਹਨੂੰ ਐਮ ਮੀਟਰ ਕਹਿੰਦੇ ਹਾਂ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਯਾਦ ਕਰਨਾ ਕਿ ਇਕਾਈਆਂ ਕੀ ਹੈ ਇਹਦੀਆਂ। ਜਿਵੇਂ ਕਰੰਟ ਦੀ ਇਕਾਈ ਕੀ ਹੁੰਦੀ ਹੈ, ਐਂਪੀਅਰ। ਕਰੰਟ ਦੀ ਇਕਾਈ ਕੀ ਹੁੰਦੀ ਹੈ, ਐਂਪੀਅਰ। ਅਤੇ ਜਿਹੜਾ ਚਾਰਜ ਬਿਜਲੀ ਦੇ ਵਿੱਚੋਂ ਲੰਘ ਰਿਹਾ ਉਸ ਨੂੰ ਅਸੀਂ ਕੂਲਮ ਕਹਾਂਗੇ, ਕੂਲਮ। ਠੀਕ ਹੈ, ਇਹ ਕੂਲਮ ਇਹਦਾ ਚਾਰਜ ਹੈ, ਇਹਦੀ ਇਕਾਈ ਹੈ। ਅਤੇ ਇਹਦੀ ਵੈਲਿਊ ਜਿਹੜੀ ਹੈ ਤੁਸੀਂ ਯਾਦ ਕਰ ਲੈਣੀ ਹੈ, ਇਹਦੀ ਵੈਲਿਊ ਹੈ। ਅਤੇ ਉਸ ਤੋਂ ਬਾਅਦ ਆ ਜਾਏਗਾ ਕਿ ਮੰਨ ਲਓ ਕਿ ਤੁਹਾਡੇ ਕੋਲ ਕੀ ਆ ਗਈ, ਡੈਫੀਨੇਸ਼ਨ ਆ ਗਈ ਕਿ ਇਹ ਦੇਖੋ, I ਬਰਾਬਰ ਹੈ Q/T। I ਕੀ ਆ, ਕਰੰਟ। Q ਕੀ ਆ, ਚਾਰਜ। T ਕੀ ਆ, ਸਮਾਂ। ਹੁਣ ਇਹਦੀ ਪਰਿਭਾਸ਼ਾ ਬਣਾਉਣੀ ਹੋਵੇ ਕਿ ਕਰੰਟ ਦੀ ਪਰਿਭਾਸ਼ਾ ਕੀ ਆ, ਬਿਜਲੀ ਚਾਰਜ ਦੀ ਪਰਿਭਾਸ਼ਾ ਕੀ ਹੈ, ਬਿਜਲੀ ਕਰੰਟ ਦੀ ਪਰਿਭਾਸ਼ਾ ਕੀ ਹੈ। ਤੁਸੀਂ ਕਹਿਣਾ ਇਕਾਈ ਸਮੇਂ ਵਿੱਚ ਕਿਸੇ ਬੰਦ ਸਰਕਟ ਵਿੱਚੋਂ ਲੰਘ ਰਹੇ ਚਾਰਜ ਨੂੰ ਕੀ ਕਹਿੰਦੇ ਹਾਂ ਅਸੀਂ, ਕਰੰਟ, ਬਿਜਲਈ ਕਰੰਟ। ਕਿਸੇ ਖੇਤਰ ਵਿੱਚੋਂ, ਕਿਸੇ ਬੰਦ ਸਰਕਟ ਵਿੱਚੋਂ ਇਕਾਈ ਸਮੇਂ ਵਿੱਚ ਲੰਘ ਰਹੇ ਚਾਰਜ ਨੂੰ ਬਿਜਲੀ ਕਰੰਟ ਕਹਿੰਦੇ ਹਨ। ਅਤੇ ਉਸ ਤੋਂ ਬਾਅਦ ਇਹਦੀ ਪਰਿਭਾਸ਼ਾ ਹੋ ਗਈ। ਇਹਦੇ ਨਾਲ ਹੀ ਸੰਬੰਧਿਤ ਜੇ ਕੋਈ ਸਵਾਲ ਆ ਜਾਂਦਾ ਤੁਹਾਨੂੰ, ਮੰਨ ਲਓ ਕਿ ਇਸ ਤਰ੍ਹਾਂ ਦਾ ਸਮ ਆ ਗਿਆ ਤੁਹਾਨੂੰ, ਜਿਹਦੇ ਵਿੱਚ ਕੀ ਕਿਹਾ ਕਿ ਇੰਨਾ ਕਰੰਟ ਚੱਲ ਰਿਹਾ, ਬਿਜਲੀ ਧਾਰਾ, ਸਮਾਂ 10 ਮਿੰਟ ਹੈ, ਅਤੇ ਤੁਸੀਂ ਸਮਾਂ 10 ਮਿੰਟ ਹੈ, ਅਤੇ ਤੁਸੀਂ ਕੀ ਪਤਾ ਕਰਨਾ, ਬਿਜਲੀ ਚਾਰਜ ਦੀ ਮਾਤਰਾ ਪਤਾ ਕਰਨੀ ਹੈ। ਹੁਣ ਤੁਸੀਂ ਫਾਰਮੂਲਾ ਇੱਥੇ ਯਾਦ ਕੀਤਾ ਹੈ ਵਾਲਾ, I ਬਰਾਬਰ ਹੈ Q/T। ਤੁਸੀਂ I ਵੀ ਲਿਖ ਲਈ, ਇਹ I ਆ। ਜਦੋਂ A ਲਿਖਿਆ ਹੋਵੇ ਤਾਂ ਮਤਲਬ ਹੁੰਦਾ ਕਿ ਇਹ I ਆ, ਇਹ I ਹੈ ਕਰੰਟ, ਇਹ I ਆ, ਅਤੇ ਇਹ 10 ਮਿੰਟ ਹੈ, ਇਹ ਸਮਾਂ ਵਾ T ਆ। ਦੋਨੋਂ ਚੀਜ਼ਾਂ ਲਿਖ ਲਈਆਂ। ਹੁਣ ਤੁਸੀਂ, ਕਿਉਂਕਿ ਸਮਾਂ ਜਿਹੜਾ ਹੁੰਦਾ ਉਹਨੂੰ ਹਮੇਸ਼ਾ ਸੈਕਿੰਡ 'ਚ ਲਈਦਾ, 10 ਦੇ ਆਪਾਂ ਸਕਿੰਟ ਬਣਾ ਲਏ, 60 ਨਾਲ ਗੁਣਾ ਕਰਕੇ ਇਹ 600 ਸਕਿੰਟ ਬਣ ਗਏ ਇਹਦੇ। ਅਤੇ ਤੁਸੀਂ ਫਾਰਮੂਲਾ ਲਗਾ ਦਿੱਤਾ, I ਬਰਾਬਰ ਹੈ Q/T। ਕਿਉਂਕਿ ਆਪਾਂ ਹੁਣ ਕੀ ਕਰਨਾ, ਚਾਰਜ ਦੀ ਮਾਤਰਾ ਕੱਢਣੀ, ਚਾਰਜ ਬਰਾਬਰ ਹੈ I ਗੁਣਾ T। ਆ ਗਿਆ। ਇੱਥੇ ਇਹਦੀ ਵੈਲਿਊ ਵੀ ਭਰ ਦਿਓ, ਇਹਦੀ ਵੈਲਿਊ ਭਰ ਦਿਓ, ਤੁਹਾਡੇ ਕੋਲ ਚਾਰਜ ਆ ਜਾਏਗਾ। ਅਤੇ ਉਹਦੇ ਨਾਲ ਉਹਦੇ ਯੂਨਿਟ ਲਿਖਣੇ ਜ਼ਰੂਰੀ ਹੈ, ਇਕਾਈ ਲਿਖਣੀ ਬਹੁਤ ਜ਼ਰੂਰੀ ਹੈ। ਇਹਦਾ ਨਾ ਲਿਖੋਗੇ ਤੁਸੀਂ, ਅੱਧਾ ਨੰਬਰ ਇਹਦਾ ਕੱਟਿਆ ਜਾਊ। ਸੌਖੀ ਜਿਹੀ ਗੱਲ ਹੈ, ਹੋ ਗਈ ਯਾਦ ਕਰਨ ਵਾਲੀ। ਉਸ ਤੋਂ ਬਾਅਦ ਆ ਗਿਆ ਪੋਟੈਂਸ਼ੀਅਲ ਅੰਤਰ। ਪੋਟੈਂਸ਼ੀਅਲ ਅੰਤਰ ਦਾ ਕੀ ਮਤਲਬ ਹੁੰਦਾ ਕਿ ਮੰਨ ਲਓ ਕਿ ਤੁਹਾਡੇ ਕੋਲ ਇੱਕ ਪੁਆਇੰਟ ਹੈ ਵਾ ਅਤੇ ਇੱਕ ਪੁਆਇੰਟ ਹੈ ਵਾ, ਠੀਕ ਹੈ। ਇਹਦਾ ਨਾਂ A ਆ, ਇਹਦਾ ਨਾਂ B ਹੈ। ਇਸ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਚਾਰਜ ਨੂੰ ਜਾਣ ਦੇ ਲਈ ਜਿੰਨਾ ਕਾਰਜ ਕਰਨਾ ਪੈਂਦਾ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਪੋਟੈਂਸ਼ੀਅਲ ਅੰਤਰ। ਉਹਨੂੰ ਅਸੀਂ ਕੀ ਕਹਿੰਦੇ ਹਾਂ, ਪੋਟੈਂਸ਼ੀਅਲ ਅੰਤਰ।
ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਚਾਰਜ ਨੂੰ ਜਾਣ ਵਾਸਤੇ ਜਿੰਨਾ ਕਾਰਜ ਕਰਨਾ ਪੈਂਦਾ ਹੈ ਉਸ ਨੂੰ ਪੋਟੈਂਸ਼ੀਅਲ ਅੰਤਰ ਕਹਿੰਦੇ ਹਨ। ਹੁਣ ਪੋਟੈਂਸ਼ੀਅਲ ਅੰਤਰ ਨੂੰ ਆਪਾਂ ਲਿਖਦੇ ਹਾਂ V ਨਾਲ, ਕਿਉਂਕਿ ਕਾਰਜ ਕਰਨਾ ਪੈਂਦਾ ਹੈ W/T। ਇਹ ਹੈਗਾ ਫਾਰਮੂਲਾ ਹੋ ਜਾਏਗਾ, ਠੀਕ ਹੈ। ਅਤੇ ਕਾਰਜ ਕਰਨਾ ਪੈਂਦਾ ਹੈ ਕਿਹਨੂੰ? ਚਾਰਜ ਨੂੰ ਜਾਣ ਵਾਸਤੇ ਕਾਰਜ ਕਰਨਾ ਪੈਂਦਾ ਨਾ, ਇਸ ਕਰਕੇ W/Q। W ਕੀ ਆ? ਕੀਤਾ ਗਿਆ ਕਾਰਜ, ਅਤੇ ਇਹ ਕੀ? ਚਾਰਜ। ਦੋ ਫਾਰਮੂਲੇ ਹੋ ਗਏ। ਹੁਣ ਜਿਹੜਾ V ਹੈ ਨਾ, ਇਹਦਾ ਮਤਲਬ ਕੀ ਹੁੰਦਾ? ਚਾਰਜ। ਇਹਦਾ ਮਤਲਬ ਹੁੰਦਾ V ਦਾ ਮਤਲਬ ਵੋਲਟ, ਜਿਹਨੂੰ ਅਸੀਂ ਪੋਟੈਂਸ਼ੀਅਲ ਅੰਤਰ ਕਹਿੰਦੇ ਹਾਂ। ਪੋਟੈਂਸ਼ੀਅਲ ਅੰਤਰ ਤੁਸੀਂ ਲਿਖਣਾ ਹੋਵੇ ਤਾਂ V ਨਾਲ ਲਿਖਾਂਗੇ। ਇਹਦੀ ਇਕਾਈ ਹੁੰਦੀ ਆ ਵੋਲਟ, ਅਤੇ ਜਿਹੜਾ W ਹੁੰਦਾ ਇਹਦੀ ਇਕਾਈ ਹੁੰਦੀ ਆ ਜੂਲ, ਅਤੇ ਜਿਹੜਾ Q ਹੁੰਦਾ ਉਹਦੀ ਤੁਸੀਂ ਇਕਾਈ ਲਿਖੀ ਆ ਕੂਲਮ। ਇਹ ਇੱਕ ਫਾਰਮੂਲਾ ਹੋਰ ਬਣ ਗਿਆ। ਪਹਿਲਾ ਫਾਰਮੂਲਾ ਸੀ I = Q/T, ਅਤੇ ਕਿਆ ਫਾਰਮੂਲਾ ਸੀ? ਦੂਸਰਾ ਬਣ ਗਿਆ V = W/Q। ਇਹ ਦੋ ਫਾਰਮੂਲੇ ਹੋ ਗਏ। ਜਦੋਂ ਤੁਹਾਨੂੰ ਇਹਦੇ ਨਾਲ ਰਿਲੇਟਡ ਸਮ ਆਏਗਾ, ਤੁਸੀਂ ਵੇਖ ਲੈਣਾ ਕਿ ਸਾਡਾ ਫਾਰਮੂਲਾ ਕਿਹੜਾ ਸੈੱਟ ਪੈਂਦਾ, ਅਤੇ ਅਸੀਂ ਇਸ ਫਾਰਮੂਲੇ ਨੂੰ ਲਗਾ ਕੇ ਸਮ ਕਰ ਲਈਏ। ਉਸ ਤੋਂ ਬਾਅਦ ਇੱਕ ਇਹ ਦੇਖੋ, ਇਹਦੇ ਵਿੱਚ ਪਰਿਭਾਸ਼ਾ ਲਿਖਣੀ ਆ ਜਾਂਦੀ ਹੈ। ਕਈ ਵਾਰੀ ਤੁਹਾਨੂੰ ਕੀ ਆਏਗੀ ਪਰਿਭਾਸ਼ਾ ਵੀ 1 ਵੋਲਟ ਨੂੰ ਡਿਫਾਈਨ ਕਰੋ, 1 ਵੋਲਟ ਨੂੰ ਦੀ ਪਰਿਭਾਸ਼ਾ ਦਿਓ। ਅਤੇ ਤੁਸੀਂ ਕੀ ਕਹਿਣਾ ਕਿ ਜਦੋਂ ਇੱਕ ਬਿੰਦੂ ਤੋਂ ਦੂਜੇ ਬਿੰਦੂ 'ਤੇ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ 1 ਕੂਲਮ ਚਾਰਜ ਨੂੰ ਜਾਣ ਲਈ 1 ਜੂਲ ਕਾਰਜ ਕੀਤਾ ਜਾਂਦਾ ਹੈ ਤਾਂ ਉਹ 1 ਵੋਲਟ ਦੇ ਬਰਾਬਰ ਹੁੰਦਾ ਹੈ। ਇਹ ਦੱਸਾਂਗੀ। ਇਹ 1 ਵੋਲਟ ਦੀ ਤੁਹਾਨੂੰ ਪਰਿਭਾਸ਼ਾ ਆ ਗਈ ਵੀ ਤੁਸੀਂ 1 ਵੋਲਟ ਦੀ ਪਰਿਭਾਸ਼ਾ ਲਿਖੋ, ਕਿਉਂਕਿ ਤੁਸੀਂ ਇਹਨੂੰ 1 ਵੋਲਟ ਨੂੰ ਕੀ ਲਿਖਿਆ? ਇਹ 1 ਵੋਲਟ ਬਰਾਬਰ ਹੈ 1 ਜੂਲ ਬਟਾ 1 ਕੂਲਮ। ਤੁਸੀਂ ਇਹਦੀ ਪਰਿਭਾਸ਼ਾ ਲਿਖਣੀ ਹੈ ਨਾ। ਤੁਸੀਂ ਲਿਖੋਗੇ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਜਾਣ ਲਈ 1 ਕੂਲਮ ਚਾਰਜ ਨੂੰ 1 ਜੂਲ ਕਾਰਜ ਕਰਨਾ ਪੈਂਦਾ ਹੈ। ਇਸ ਨੂੰ 1 ਵੋਲਟ ਹੁੰਦਾ ਹੈ। ਹੁਣ ਦੇਖੋ, ਜੇਕਰ ਕਿਸੇ ਬਿਜਲੀ ਧਾਰਾ ਲਿਜਾ ਰਹੇ ਚਾਲਕ ਦੇ 2 ਬਿੰਦੂਆਂ ਵਿਚਕਾਰ 1 ਕੂਲਮ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਜਾਣ ਲਈ 1 ਜੂਲ ਕਾਰਜ ਕੀਤਾ ਜਾਂਦਾ ਹੈ ਤਾਂ ਉਹਦੇ ਵਿਚਕਾਰ ਪੋਟੈਂਸ਼ੀਅਲ ਅੰਤਰ 1 ਵੋਲਟ ਹੋਵੇਗਾ। ਸੌਖਾ ਕਰਕੇ ਤੁਸੀਂ ਇਹਨੂੰ ਯਾਦ ਕਰਨਾ। ਦੇਖੋ, ਕਿਉਂਕਿ ਪੋਟੈਂਸ਼ੀਅਲ ਅੰਤਰ ਜਿਹੜਾ ਹੈਗਾ ਸਾਡਾ ਉਹ ਕੀ ਆ? ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਇੱਕ ਚਾਰਜ ਨੂੰ ਜਾਣ ਲਈ ਕੀਤਾ ਗਿਆ ਕਾਰਜ। ਪੋਟੈਂਸ਼ੀਅਲ ਅੰਤਰ ਕੀ ਆ? ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਜਾਣ ਲਈ ਇੱਕ ਚਾਰਜ ਦੁਆਰਾ ਕੀਤਾ ਗਿਆ ਕਾਰਜ ਜੋ ਹੁੰਦਾ ਹੈ ਉਸ ਨੂੰ ਅਸੀਂ ਪੋਟੈਂਸ਼ੀਅਲ ਅੰਤਰ ਕਹਿੰਦੇ ਹਾਂ। ਹੁਣ ਜੇ ਤੁਹਾਨੂੰ ਅਸੀਂ 1 ਵੋਲਟ ਲੈ ਲਿਆ, 1 ਜੂਲ ਲੈ ਲਿਆ, 1 ਕੂਲਮ ਲੈ ਲਿਆ, ਇਹਦੀ ਪਰਿਭਾਸ਼ਾ ਆ ਜੇ ਤੁਹਾਨੂੰ ਕਿ ਇਹਨੂੰ ਡਿਫਾਈਨ ਕਰੋ। ਤੁਸੀਂ ਕੀ ਲਿਖਣਾ? ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਜਾਣ ਲਈ 1 ਕੂਲਮ ਚਾਰਜ ਨੂੰ 1 ਜੂਲ ਕਾਰਜ ਕੀਤਾ ਜਾਂਦਾ ਹੈ ਤਾਂ ਦੋਨਾਂ ਬਿੰਦੂਆਂ ਦੇ ਵਿਚਕਾਰ ਪੋਟੈਂਸ਼ੀਅਲ ਅੰਤਰ 1 ਵੋਲਟ ਹੋਵੇਗਾ। ਠੀਕ ਹੈ। ਇਸ ਤਰ੍ਹਾਂ ਕਰਕੇ ਤੁਸੀਂ ਜਦੋਂ ਪਰਿਭਾਸ਼ਾ ਲਿਖ ਲਈ ਅਤੇ ਤੁਸੀਂ ਫਿਰ ਇਹਦੇ ਨਾਲ ਦੇ ਜਿਹੜੇ ਸਮ ਉਹ ਵਾਲਾ ਵੀ ਕਰ ਸਕਦੇ। ਇਸ ਤੋਂ ਬਾਅਦ ਤੁਸੀਂ ਇਹ ਜਿਹੜੀਆਂ ਸਾਰੀਆਂ ਹੀ ਇਹਦੀਆਂ ਡਾਇਗਰਾਮ ਨੇ ਨਾ, ਇਹ ਤੁਹਾਨੂੰ ਉਹਦੀਆਂ ਸ਼ਕਲਾਂ ਯਾਦ ਹੋਣੀ ਚਾਹੀਦੀਆਂ। ਕਈ ਵਾਰੀ ਨਾ ਇਕੱਲਾ ਹੀ ਸੰਕੇਤ ਪਾ ਦਿੰਦੇ ਆ ਵੀ ਦੱਸੋ ਇਹ ਕਿਹਦਾ ਸੰਕੇਤ ਹੈ। ਜਿਸ ਤਰ੍ਹਾਂ ਇਹ ਪਹਿਲਾ ਸੰਕੇਤ ਹੈ, ਇੱਕ ਹੀ ਚੀਜ਼ ਆ, ਸੈੱਲ ਆ। ਤੁਹਾਨੂੰ ਦੱਸਿਆ ਸੀ ਇੱਕ ਲਾਈਨ ਛੋਟੀ ਇੱਕ ਵੱਡੀ ਹੋਵੇ। ਛੋਟੀ ਲਾਈਨ ਨੈਗੇਟਿਵ ਚਾਰਜ ਨੂੰ ਸ਼ੋਅ ਕਰਦੀ, ਨੈਗੇਟਿਵ ਟਰਮੀਨਲ ਨੂੰ, ਵੱਡੀ ਲਾਈਨ ਪੋਜ਼ੀਟਿਵ ਟਰਮੀਨਲ ਨੂੰ। ਇਹ ਸੈੱਲ ਹੈ। ਇਹਦੇ ਵਿੱਚ ਜਦੋਂ ਇੱਕ ਤੋਂ ਜ਼ਿਆਦਾ ਨੇ ਇਹ ਬੈਟਰੀ ਆ। ਇਹ ਖੁੱਲ੍ਹਾ ਸਰਕਟ ਹੈ। ਜਦੋਂ ਇਹਦੇ ਵਿੱਚ ਬਿੰਦੀ ਪਾ ਦੇਣਗੇ ਇਹ ਬੰਦ ਸਰਕਟ ਹੈ।
ਅਤੇ ਜਦੋਂ ਇਸ ਤਰ੍ਹਾਂ ਦੀ ਬਣਾ ਦੇਣਗੇ, ਇਹ ਕੀ ਆ, ਤਾਰ ਦਾ ਜੋੜ ਆ, ਇੱਥੇ ਤਾਰਾਂ ਜੋੜੀਆਂ ਹੋਈਆਂ, ਠੀਕ ਹੈ। ਉਸ ਤੋਂ ਬਾਅਦ ਇਹ ਵਾ ਕਿ ਬਿਨਾਂ ਜੋੜ ਤੋਂ ਤਾਰ ਕ੍ਰਾਸਿੰਗ, ਇਹ ਬਲਬ ਦਾ ਨਿਸ਼ਾਨ ਆ। ਇਹ ਜਿਹੜਾ ਵਾ ਇਹ ਪ੍ਰਤੀਰੋਧ ਦਾ ਨਿਸ਼ਾਨ ਆ। ਪ੍ਰਤੀਰੋਧ ਜਿਹਨੂੰ ਰਜਿਸਟੈਂਸ ਵੀ ਕਹਿੰਦੇ ਹਾਂ ਆਪਾਂ, ਆਰ ਨਾਲ ਲਿਖਿਆ ਹੋਏਗਾ। ਉਸ ਤੋਂ ਬਾਅਦ ਇਹ ਰਿਓਸਟੈਟ ਆ, ਰਿਓਸਟੈਟ ਦਾ ਨਿਸ਼ਾਨ ਆ। ਇਸ ਤਰ੍ਹਾਂ ਦਾ ਬਣਾ ਕੇ ਇਹਨੂੰ ਤੀਰ ਮਾਰ ਕੇ ਕੱਟਿਆ ਹੋਏਗਾ ਜਾਂ ਇਸ ਤਰ੍ਹਾਂ ਤੀਰ ਸ਼ੋਅ ਕੀਤਾ ਹੋਏਗਾ, ਰਿਓਸਟੈਟ ਹੈ। ਇਹ ਐਮ ਮੀਟਰ ਹੈ, ਐਮ ਮੀਟਰ ਕਰੰਟ ਨੂੰ ਦੱਸਦਾ ਹੈ। ਅਤੇ ਇਹ ਜਿਹੜਾ ਵੋਲਟ ਮੀਟਰ ਹੈ, ਇਹ ਤੁਹਾਡੇ ਪੋਟੈਂਸ਼ੀਅਲ ਅੰਤਰ ਨੂੰ ਦੱਸਦਾ, ਠੀਕ ਹੈ। ਇਹ ਜਿਹੜੇ ਆ, ਇਹ ਨਿਸ਼ਾਨ ਜਿਹੜੇ ਤੁਸੀਂ ਯਾਦ ਕਰਨੇ ਆ। ਪੇਪਰ ਦੇ ਵਿੱਚ ਕਈ ਵਾਰੀ ਇਕੱਲੇ ਨਿਸ਼ਾਨ ਪਾਏ ਹੁੰਦੇ ਆ ਅਤੇ ਤੁਹਾਨੂੰ ਪੁੱਛ ਲੈਂਦੇ ਆ ਕਿ ਇਹਦਾ